This is Sherry Punjab Radio, AM 600, Vancouver. ਜਗਤਾਰ ਸਿੰਘ ਜੌਹਲ, ਜਿਹਨੂੰ ਜੱਗੀ ਜੌਹਲ ਵੀ ਕਿਹਾ ਜਾਂਦਾ, ਉਹਨਾਂ ਦੇ ਪਰਿਵਾਰ ਵੱਲੋਂ 34 ਈਅਰ ਓਲਡ 34 ਸਾਲ ਦੇ ਨੇ, ਯੂਕੇ ਨੈਸ਼ਨਲ ਨੇ, ਯੂਕੇ ਦੇ ਬ੍ਰਿਟਿਸ਼ ਸਿਟੀਜ਼ਨ ਨੇ ਔਰ ਸਕਾਟਲੈਂਡ ਡੰਬਰਟਨ ਦੇ ਇਹ ਰੈਜ਼ੀਡੈਂਟ ਨੇ, ਜਿਹੜੇ ਕਿ ਸਾਲ 2017 ਦੇ ਵਿੱਚ ਅਕਤੂਬਰ ਦੇ ਮਹੀਨੇ 2 ਤਰੀਕ ਨੂੰ ਇੰਡੀਆ ਗਏ ਸੀ ਵਿਆਹ ਕਰਾਉਣ ਵਾਸਤੇ ਔਰ 18 ਅਕਤੂਬਰ ਨੂੰ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਔਰ 4 ਨਵੰਬਰ ਨੂੰ 2017 'ਚ 4 ਨਵੰਬਰ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਭਾਰਤ ਦੇ ਵਿੱਚ। ਔਰ ਗ੍ਰਿਫਤਾਰ ਕਰਨ ਦੇ ਪਿੱਛੇ ਜਿਹੜੀ ਭਾਰਤ ਦੀ ਸਰਕਾਰ ਹੈ ਉਹਦੇ ਆਪਣੇ ਦਾਅਵੇ ਹੈ। ਜਿਹੜੀ NIA ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਇੰਡੀਆ ਦੀ ਹੈ, NIA, ਉਹਨਾਂ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਔਰ ਰਾਮਾ ਮੰਡੀ, ਦਰਅਸਲ ਗ੍ਰਿਫਤਾਰ ਤਾਂ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਰਾਮਾ ਮੰਡੀ ਦੇ ਵਿੱਚ। ਔਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਈ ਜਿਹੜੇ ਕੇਸਿਸ ਨੇ ਉਹ ਪਾਏ ਜਾਂਦੇ ਨੇ ਔਰ ਕੇਸ ਜਿਹੜੇ ਪਾਏ ਜਾਂਦੇ ਨੇ ਔਰ ਕਿਹਾ ਜਾਂਦਾ ਹੈ ਕਿ ਕੁਝ ਟਾਰਗੇਟਡ ਅਟੈਕਸ ਜਿਹੜੇ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਰਹੀ ਹੈ, ਕੁਝ ਟਾਰਗੇਟਡ ਕਿਲਿੰਗਸ ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਸ਼ਮੂਲੀਅਤ ਰਹੀ ਹੈ, ਇਹਨਾਂ ਦੀ ਕੁਝ ਜਿਹੜੀ ਕੁਝ ਅਟੈਂਪਟ ਟੂ ਮਰਡਰ ਚਾਰਜਿਸ ਉਹ ਜਿਹੜੇ ਦੱਸੇ ਜਾ ਰਹੇ ਸੀ ਇਹਨਾਂ ਦੇ ਉੱਤੇ ਕੁਝ ਕਥਿਤ ਤੌਰ 'ਤੇ ਜਿਹੜੀਆਂ ਜਾਣਕਾਰੀਆਂ ਆਈਆਂ ਸੀ। ਲੇਕਿਨ ਕੁੱਲ ਮਿਲਾ ਕੇ ਇਹਨਾਂ ਦਾ ਪਰਿਵਾਰ ਜਿਹੜਾ ਉਹਨਾਂ ਦਾ ਕਹਿਣਾ ਕਿ ਇਹ ਨਿਰਦੋਸ਼ ਹੈ ਜੱਗੀ ਜੌਹਲ, ਇਹਨੂੰ ਜਾਣਬੁੱਝ ਕੇ ਉੱਥੇ ਰੱਖਿਆ ਗਿਆ ਔਰ ਆਰਬਿਟਰੇਰੀ ਡਿਟੈਂਸ਼ਨ ਦੀ ਗੱਲ ਜਿਹੜੀ ਹੈ ਇਹਨਾਂ ਦੇ ਪਰਿਵਾਰ ਵੱਲੋਂ ਕਹੀ ਜਾਂਦੀ ਸੀ। ਕਾਫੀ ਲੌਬਿੰਗ ਜਿਹੜੀ ਹੈ ਉਹ ਵੀ ਕੀਤੀ ਗਈ, ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਲੌਬਿੰਗ ਦੀ ਕੋਸ਼ਿਸ਼ ਕੀਤੀ ਗਈ ਔਰ ਨਾ ਕੇਵਲ ਦੁਨੀਆ ਭਰ ਦੇ ਵਿੱਚ ਬਲਕਿ ਭਾਰਤ 'ਚ ਵੀ ਕਈ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਲੌਬਿੰਗ ਕੀਤੀ ਗਈ ਔਰ ਜੱਗੀ ਜੌਹਲ ਦੀ ਰਿਹਾਈ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ। ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਦੇ ਵਰਕਿੰਗ ਗਰੁੱਪ ਵੱਲੋਂ ਵੀ ਆਰਬਿਟਰੇਰੀ ਡਿਟੈਂਸ਼ਨ ਦੇ ਉੱਤੇ ਗੱਲ ਜਿਹੜੀ ਕਹੀ ਗਈ ਸੀ। ਪਰ ਰੀਸੈਂਟਲੀ ਯੂਕੇ ਦੇ ਵਿੱਚ ਜਿਹੜੇ ਵਿਰੋਧੀ ਪਾਰਟੀ ਦੇ ਲੀਡਰ ਨੇ, ਲੇਬਰ ਪਾਰਟੀ ਦੇ, ਉਹਨਾਂ ਦੇ ਵੱਲੋਂ ਇੱਕ ਲੈਟਰ ਜਿਹੜੀ ਹੈ ਉਹ ਬਾਹਰ ਕੱਢੀ ਗਈ ਔਰ ਉਹਦੇ 'ਚ ਇਹ ਦੱਸਿਆ ਗਿਆ, ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ, ਕਹਿੰਦੇ ਕਿ ਜਿਹੜੇ ਸਰ ਕੀਰ ਸਟਾਰਮਰ ਨੇ ਉਹ ਕਹਿੰਦੇ ਕਿ ਬ੍ਰਿਟਿਸ਼ ਗਵਰਨਮੈਂਟ ਨੇ ਪਹਿਲੀ ਵਾਰ ਰੈਕੋਗਨਾਈਜ਼ ਕੀਤਾ ਕਿ ਜਗਤਾਰ ਸਿੰਘ ਜੱਗੀ ਯਾਨੀ ਕਿ ਜੱਗੀ ਜੌਹਲ ਇਹਨੂੰ ਅਨਲੌਫੁਲ ਡਿਟੈਂਸ਼ਨ ਦੇ ਵਿੱਚ ਰੱਖਿਆ ਗਿਆ, ਆਰਬਿਟਰੇਰੀ ਡਿਟੈਂਸ਼ਨ ਯਾਨੀ ਮਨਮਾਨੇ ਢੰਗ ਦੇ ਨਾਲ ਭਾਰਤ ਵੱਲੋਂ ਰੱਖਿਆ ਗਿਆ। ਔਰ ਕਹਿੰਦੇ ਇਹ ਗੱਲ ਜਿਹੜੀ ਹੈ ਜਿਹੜੇ ਇਹਨਾਂ ਦੇ ਸਾਬਕਾ ਫਾਰਮਰ ਪ੍ਰਾਈਮ ਮਿਨਿਸਟਰ ਨੇ ਮਿਸਟਰ ਬੋਰਿਸ ਜੌਨਸਨ, ਉਹਨਾਂ ਦੇ ਵੱਲੋਂ ਵੀ ਮੰਨੀ ਗਈ ਹੈ। ਲੇਕਿਨ ਪਰਿਵਾਰ ਦਾ ਕੀ ਕਹਿਣਾ? ਮੇਰੇ ਨਾਲ ਗੁਰਪ੍ਰੀਤ ਸਿੰਘ ਜੌਹਲ ਇਸ ਵੇਲੇ ਸ਼ਾਮਿਲ ਨੇ, ਇਹ ਲੇਬਰ ਪਾਰਟੀ ਦੇ ਨਾਲ ਹੀ ਜੁੜੇ ਹੋਏ ਨੇ ਔਰ ਕਾਉਂਸਲਰ ਵੀ ਨੇ ਉੱਥੇ ਦੀ ਮਿਊਨਿਸਪੈਲਿਟੀ ਦੇ ਵਿੱਚ ਕਾਉਂਸਲਰ ਵੀ ਨੇ। ਲੇਕਿਨ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਬਤੌਰ ਕਾਉਂਸਲਰ, ਤਾਂ ਇੱਕ ਉਹਨਾਂ ਦਾ ਇੱਕ ਅਹੁਦਾ ਜਿਹੜਾ ਮਿਲਿਆ ਹੋਇਆ, ਪਰ ਅੱਜ ਜਗਤਾਰ ਸਿੰਘ ਜੌਹਲ ਦੇ ਭਰਾ ਦੇ ਵਜੋਂ ਅਸੀਂ ਗੱਲ ਕਰ ਰਹੇ ਹਾਂ ਗੁਰਪ੍ਰੀਤ ਸਿੰਘ ਜੌਹਲ ਉਹਨਾਂ ਦੇ ਨਾਲ। ਗੁਰਪ੍ਰੀਤ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਥੈਂਕ ਯੂ ਭਾਜੀ ਤੁਹਾਡਾ ਓਪਰਚੁਨਿਟੀ ਇੱਥੇ ਰੇਡੀਓ ਤੇ ਆ ਕੇ ਗੱਲ ਕਰਨ ਨੂੰ ਤੇ ਜੱਗੀ ਦੇ ਬਾਰੇ ਦੱਸਣ ਵਾਸਤੇ। ਲੇਕਿਨ ਭਾਜੀ ਮੈਂ ਇੱਕ ਗੱਲ ਸ਼ੁਰੂ ਤੋਂ ਇੱਕ ਕਲੈਰੀਫਿਕੇਸ਼ਨ ਕਰਾਉਣਾ ਜ਼ਰੂਰ ਚਾਹੁੰਦਾ ਹਾਂ। ਤੁਸੀਂ ਕਿਹਾ ਸੀ ਕਿ ਜੱਗੀ ਨੂੰ ਗ੍ਰਿਫਤਾਰ ਕੀਤਾ ਗਿਆ 4 ਨਵੰਬਰ 2017 ਨੂੰ। ਜੀ ਜੀ, ਇਹ ਟਰਮੀਨੋਲੋਜੀ ਬਹੁਤ ਇੰਪੋਰਟੈਂਟ ਆ ਕਿ ਅਸੀਂ ਕਿਹਾ ਗਿਆ ਸੀ ਕਿ ਅਸੀਂ ਅਬਡਕਸ਼ਨ ਕਹਿੰਦੇ ਸੀ, ਅਗਵਾ ਕੀਤਾ ਗਿਆ। ਇਹ ਇਸ ਕਰਕੇ ਕਿਉਂਕਿ ਜਿਸ ਵੇਲੇ ਜੱਗੀ ਉਹਦੀ ਵਾਈਫ ਤੇ ਸਾਡੀ ਮਾਸੀ ਦੀ ਕੁੜੀ ਸ਼ੋਪਿੰਗ ਜਾਣ ਡਏ ਸੀ ਗੱਡੀ ਵਿੱਚ ਔਰ ਉਹਨਾਂ ਨੇ ਇਹ ਨਹੀਂ ਦੱਸਿਆ ਗਿਆ ਸੀ ਕਿ ਅਸੀਂ ਪੁਲਿਸ ਵਾਲੇ ਆ, ਅਸੀਂ ਲੈ ਕੇ ਚੱਲੇ ਆ। ਗੱਡੀ ਉਹਨਾਂ ਦੀ ਇੰਟਰਸੈਪਟ ਹੋਈ, ਜੱਗੀ ਨੂੰ ਬਾਹਰ ਕੱਢ ਕੇ ਉਹਦੇ ਉੱਪਰ ਹੁੱਡ ਜਿਹਾ ਪਾ ਕੇ ਉਹਨੂੰ ਵੈਨ ਵਿੱਚ ਚੱਕ ਕੇ ਲੈ ਗਏ ਉਹ। ਤਾਂ ਇੱਕ ਕਿਸਮ ਦਾ ਅਗਵਾ ਕੀਤਾ ਗਿਆ। ਅਸੀਂ ਪਹਿਲੋਂ ਵੀ ਕਹਿਣ ਡਏ ਸੀ ਕਿ ਅਬਡਕਸ਼ਨ ਆ ਪਰਿਵਾਰ ਵੱਲੋਂ, ਫ੍ਰੀ ਜੱਗੀ ਨਾਓ ਕੈਂਪੇਨ ਵੱਲੋਂ। ਤੇ ਜਦੋਂ UN ਵਰਕਿੰਗ ਗਰੁੱਪ ਦੀ ਓਪੀਨੀਅਨ ਆਈ ਆ, ਉਹਨਾਂ ਨੇ ਵੀ ਇਹ ਕਿਹਾ ਗਿਆ ਵਾ ਕਿ ਨੋ ਲੀਗਲ ਬੇਸਿਸ ਹੈ ਜੱਗੀ ਨੂੰ ਰੱਖਿਆ ਨੂੰ ਉੱਥੇ ਜੇਲ੍ਹ ਵਿੱਚ। ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਹਿਸਾਬ ਨਾਲ ਉਹਨੂੰ ਚੱਕਿਆ ਗਿਆ ਸੀ ਕਿ ਉਹ ਕੋਈ ਫਾਰਮਲ ਅਰੈਸਟ ਵੀ ਨਹੀਂ ਬਣਦੀ ਸੀ ਜਿੱਦਾਂ ਉਹਨਾਂ ਨੇ ਕੀਤੀ। ਸੋ ਇਸ ਕਰਕੇ ਜਿਹੜੇ ਆਪਣੇ ਸੁਣਨ ਵਾਲੇ ਆ, ਜ਼ਰੂਰੀ ਆ ਅਰੈਸਟ ਕਹਿਣ ਨਾਲੋਂ ਜੋ ਅਗਵਾ ਕੀਤਾ ਗਿਆ ਉਹ ਸ਼ਬਦ ਇਹਦੇ ਵਿੱਚ ਆਉਂਦਾ ਵਾ। ਮੈਂ ਗੁਰਪ੍ਰੀਤ, ਵੀ ਵਿਲ ਡੈਫੀਨੇਟਲੀ ਗਿਵ ਯੂ ਟਾਈਮ। ਤੁਸੀਂ ਡੈਫੀਨੇਟਲੀ ਆਪਣੇ ਕੋਲ ਟਾਈਮ ਹੈਗਾ, ਆਪਾਂ ਗੱਲ ਇਹਦੇ ਤੇ ਹੀ ਕਰਨੀ ਅੱਜ, ਇਸੇ ਗੱਲ ਦੇ ਉੱਤੇ ਹੀ ਕਰਾਂਗੇ ਕਿਉਂਕਿ ਮੇਰੇ ਕੋਲ ਕੋਈ ਐਸਾ ਵਿਅਕਤੀ ਨਹੀਂ ਹੈ ਜਿਹੜਾ ਇਸ ਗੱਲ ਦੇ ਤੁਹਾਡਾ ਜਿਹੜਾ ਕੋਈ ਗੱਲ ਆ ਉਹਦਾ ਜਵਾਬ ਦੇ ਸਕੇ। ਲੇਕਿਨ ਜਿੰਨੀ ਕੁ ਇਨਫੋਰਮੇਸ਼ਨ ਮੈਂ ਇਕੱਠੀ ਕੀਤੀ ਹੈ ਮੈਂ ਉਹਦੇ ਲਿਹਾਜ਼ ਨਾਲ ਹੀ ਤੁਹਾਡੇ ਨਾਲ ਗੱਲ ਕਰਾਂਗਾ। ਪਹਿਲਾਂ ਤਾਂ ਆਪਾਂ ਸ਼ੁਰੂਆਤ ਇੱਥੋਂ ਕਰੀਏ ਕਿ ਇਟਸ ਬਿਨ ਮੋਰ ਦੈਨ 1700 ਡੇਜ਼ ਕਿ ਜੱਗੀ ਜਿਹੜਾ ਉੱਥੇ ਭਾਰਤ ਦੇ ਵਿੱਚ। ਹਾਂਜੀ, ਲਗਭਗ ਅੱਜ 1708 ਦਿਨ ਹੋ ਗਏ ਆ ਜਦੋਂ ਦਾ ਉਹਨੂੰ ਅਗਵਾ ਕੀਤਾ ਗਿਆ ਸੀ। ਭਾਰਤ ਤੂਰੀ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਵਾ। ਲੇਕਿਨ ਦੂਸਰੀ ਗੱਲ ਇਹ ਵੀ ਆ ਜਾਂਦੀ ਹੈ ਕਿ
ਨਵੰਬਰ 7 ਨਵੰਬਰ 2017 ਨੂੰ ਕੈਪਟਨ ਅਮਰਿੰਦਰ ਸਿੰਘ ਕਹਿਣ ਰਹੇ ਸੀ ਕਿ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਕਿ ਜੱਗੀ ਇਨਵੋਲਵਡ ਆ ਟਾਰਗੇਟ ਕਿਲਿੰਗ ਵਿੱਚ। ਅੱਜ ਦੀ ਡੇਟ ਤੱਕ ਜੱਗੀ ਤੇ ਹਜੇ ਕੋਈ ਫਾਰਮਲ ਚਾਰਜ ਲੱਗੇ ਨਹੀਂ। ਮੰਨਦੇ ਆ ਕਿ ਚਲਾਨ ਪੇਸ਼ ਕੀਤਾ ਗਿਆ ਵਾ, ਲੇਕਿਨ ਹਜੇ ਕੋਈ ਚਾਰਜ ਹੀ ਨਹੀਂ ਫਰੇਮ ਹੋਇਆ ਉਹਦੇ ਉੱਤੇ। ਚਾਰਜ ਜਦੋਂ ਫਰੇਮ ਹੁੰਦਾ ਵਾ ਉਸ ਤੋਂ ਬਾਅਦ ਇਹ ਹੁੰਦਾ ਕਿ ਫਿਰ ਉਸ ਵੇਲੇ ਜੱਗੀ ਨੂੰ ਪਤਾ ਲੱਗੂਗਾ ਕਿ ਮੇਰੇ ਖਿਲਾਫ ਕੀ ਆ, ਕਿ ਵੈਦਰ ਮੈਂ ਗਿਲਟੀ ਪਲੀਡ ਕਰਦਾ ਜਾਂ ਮੈਂ ਨੋਟ ਗਿਲਟੀ ਪਲੀਡ ਕਰਦਾ। 4.5 ਸਾਲ ਹੋ ਗਏ ਆ ਤੇ ਹਜੇ ਤੱਕ ਅੱਜ ਆਪਾਂ ਉਸ ਸਟੇਜ ਤੇ ਨਹੀਂ ਪਹੁੰਚੇ। ਸੋ ਇੱਕ ਕੁਐਸਚਨ ਰੇਜ਼ ਹੋ ਜਾਂਦਾ ਵਾ ਸਰਕਾਰ ਵਾਸਤੇ, ਇੰਡੀਅਨ ਸਰਕਾਰ ਵਾਸਤੇ, ਕਿ ਜੇ ਤੁਸੀਂ ਕਹਿੰਦੇ ਸਾਡੇ ਕੋਲ ਸਬੂਤ ਆ ਫਿਰ ਹਜੇ ਤੱਕ ਤੁਸੀਂ ਟ੍ਰਾਇਲ ਕਿਉਂ ਨਹੀਂ ਸ਼ੁਰੂ ਕੀਤੀ। ਗੁਰਪ੍ਰੀਤ ਜੀ ਜਿਹੜੀ ਜਾਣਕਾਰੀ, ਜਿਹੜੀ ਇਨਫੋਰਮੇਸ਼ਨ ਮੈਂ ਇਕੱਠੀ ਕੀਤੀ ਹੈ, ਪਲੀਜ਼ ਕਰੈਕਟ ਮੀ ਇਫ ਆਈ ਐਮ ਰੋਂਗ, ਜੱਗੀ ਜੌਹਲ ਦੇ ਜਿਹੜੇ ਵਕੀਲ ਨੇ ਜਸਪਾਲ ਸਿੰਘ ਮੰਝਪੁਰ, ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ। ਤੁਸੀਂ ਕਿਹਾ ਕਿ ਇਹਨਾਂ ਤੇ ਕੋਈ ਕੇਸ ਜਿਹੜਾ ਉਹ ਕੋਈ ਚਾਰਜ ਨਹੀਂ ਕੀਤਾ ਕਿਸੇ ਕੇਸ ਦੇ ਵਿੱਚ। ਇਹ ਜਾਣਕਾਰੀ ਮਿਲੀ ਹੈ ਕਿ 11 ਕੇਸ ਜੱਗੀ ਜੌਹਲ ਦੇ ਉੱਤੇ ਇੰਡੀਆ ਦੇ ਵਿੱਚ ਰਜਿਸਟਰਡ ਹੋਏ ਹੈ, ਜਿਨ੍ਹਾਂ 'ਚੋਂ 8 ਕੇਸ NIA ਦੇ ਵੱਲੋਂ ਰਜਿਸਟਰਡ ਕੀਤੇ ਗਏ ਹੈ, 2 ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਹੈ, ਇੱਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਕੀਤੇ ਗਏ ਹੈ। ਚਾਰਜ ਸ਼ੀਟ ਜਿਹੜੀ ਹੈ ਸਾਰੇ ਕੇਸਿਸ ਦੇ ਵਿੱਚ ਫਾਈਲ ਕੀਤੀ ਗਈ ਹੈ, ਪਰ ਚਾਰਜਸ ਜਿਹੜੇ ਆ ਉਹ ਇੱਕ ਕੇਸ ਦੇ ਵਿੱਚ ਫਰੇਮ ਕੀਤੇ ਗਏ ਆ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਰਜਿਸਟਰ ਕੀਤਾ ਗਿਆ ਸੀ ਜਲੰਧਰ ਦੇ ਵਿੱਚ 2017 ਚ। ਡੂ ਯੂ ਥਿੰਕ ਇਫ ਆਮ ਰਾਈਟ ਇਨ ਦਿਸ? ਇੱਕ ਕੇਸ ਦੇ ਵਿੱਚ ਚਾਰਜ, ਹਾਂਜੀ ਤੁਸੀਂ ਉਹਦੇ ਵਿੱਚ ਕਰੈਕਟ ਆ, ਪਰ ਜਿਹੜੇ ਸੀਰੀਅਸ ਐਲੀਗੇਸ਼ਨ ਆ ਉਹ ਹੈਗੇ NIA ਦੇ ਕੇਸਾਂ ਵਿੱਚ। ਜੀ ਤੇ ਜਿਹੜੇ ਉਸ ਕੇਸਾਂ ਵਿੱਚ ਆ ਉਹ ਕੋਈ ਫਰੇਮ ਨਹੀਂ ਚਾਰਜ ਹੋਇਆ ਉਹਦੇ ਵਿੱਚ। ਜਲੰਧਰ ਚ ਜਿਹੜਾ ਕੇਸ ਚਾਰਜ ਹੋਇਆ ਉਹ ਕਿਹੜਾ ਕੇਸ ਹੈ? ਜਿਹੜਾ ਬਾਗੇ ਪੁਰਾਣੇ ਵਾਲਾ ਕੇਸ ਸੀ ਉੱਥੇ ਚਾਰਜ ਲੱਗਾ ਵਾ, ਤੇ ਉਹਦੇ ਵਿੱਚ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਸੀ ਉਹਦੀ ਕ੍ਰਾਸ ਐਗਜ਼ਾਮੀਨੇਸ਼ਨ ਹੋ ਗਈ ਆ। ਉਹਨੇ ਸਾਫ਼ ਕਹਿ ਦਿੱਤਾ ਵਾ ਐਗਜ਼ਾਮੀਨੇਸ਼ਨ ਟ੍ਰਾਇਲ ਵਿੱਚ ਕਿ ਜੱਗੀ ਦੇ ਉੱਤੇ ਕੋਈ ਇਨਕ੍ਰੀਮੀਨੇਟਿੰਗ ਐਵੀਡੈਂਸ ਨਹੀਂ ਸੀ, ਸਾਡੇ ਕੋਲ ਕੋਈ ਸਬੂਤ ਹੈ ਨਹੀਂ ਇਹਦੇ ਖਿਲਾਫ। ਉਹਦੀ ਸਾਫ਼ ਉਹਦੀ ਗਵਾਹੀ ਆ ਗਈ ਹੈ ਕਿ ਨਾ ਸਾਨੂੰ ਕੋਈ ਚੀਜ਼ ਲੱਭੀ ਆ, ਔਰ ਬੇਲ ਵੀ ਮਿਲ ਗਈ। ਹਾਂਜੀ, ਉਹ ਚ ਬੇਲ ਵੀ ਮਿਲ ਗਈ। ਮੈਂ ਜੀ ਤਿੰਨ ਕੇਸ ਹੈ ਜਿਨ੍ਹਾਂ ਚ ਬੇਲ ਮਿਲੀ ਹੈ। ਦਿਸ ਵਨ ਦ ਪਾਰਟਿਕੂਲਰ ਕੇਸ ਇਜ਼ ਵਨ ਆਫ ਦ ਕੇਸ ਇਨਕਲੂਡਿੰਗ ਇਨ ਆਲ ਦੋਜ਼ 3 ਕੇਸਿਸ। ਠੀਕ ਹੈ ਜੀ। ਹਾਂਜੀ, ਦੇਖੋ ਗੱਲ ਆਪਣੀ ਇੱਥੇ ਆ ਜਾਂਦੀ ਹੈ ਕਿ ਜਦੋਂ ਸ਼ੁਰੂ ਤੋਂ ਜੱਗੀ ਨੂੰ ਅਗਵਾ ਕੀਤਾ ਗਿਆ 10 ਕੇਸ ਪਾਏ ਗਏ ਸੀ ਉੱਤੇ। ਉਹਦੇ ਵਿੱਚੋਂ ਇੱਕ ਕੇਸ ਵਿੱਚ ਜੱਗੀ ਨੂੰ ਬਰੀ ਕੀਤਾ ਗਿਆ। ਜਦੋਂ ਫਰੇਮਿੰਗ ਆਫ ਚਾਰਜਿਸ ਵਿੱਚ ਆਏ, ਜੱਜ ਕਹਿੰਦਾ ਇੱਥੇ ਕੋਈ ਕੇਸ ਹੈ ਨਹੀਂ ਤੇ ਉਹ ਚੋਂ ਬਰੀ ਹੋ ਗਿਆ, ਸਿੱਧਾ ਹੀ ਕੇਸ ਹੀ ਫਿਨਿਸ਼ ਹੋ ਗਿਆ ਉਹਦੇ ਵਿੱਚ। ਜਿਹੜੇ 8 ਕੇਸ ਸੀ ਉਹ NIA ਵਾਲੇ ਲੈ ਗਏ। ਇੱਕ ਕੇਸ ਪੰਜਾਬ ਪੁਲਿਸ ਕੋਲ ਰਿਹਾ ਵਾ ਬਾਗੇ ਪੁਰਾਣੇ ਵਾਲਾ, ਜਿੱਥੇ ਚਾਰਜ ਫਰੇਮ ਹੋਏ ਆ ਉਹ ਔਨਗੋਇੰਗ ਆ, ਪਰ ਉਹਦੇ ਵਿੱਚ ਕਿਹਾ ਗਿਆ ਵਾ ਕਿ ਜੱਗੀ ਦੇ ਖਿਲਾਫ ਕੋਈ ਸਬੂਤ ਹੈ ਹੀ ਨਹੀਂ, ਜਿਹੜੇ ਇਨਵੈਸਟੀਗੇਟਿੰਗ ਆਫਿਸਰ ਸੀ। ਤੇ ਉਸ ਕਰਕੇ ਉਹ ਸਾਬਤ ਹੋ ਗਿਆ ਕਿ ਕੋਈ ਪ੍ਰੂਫ ਹੈ ਨਹੀਂ ਜੋ ਉਹਨਾਂ ਨੇ ਕਲੇਮ ਕੀਤਾ ਸੀ ਉਸ ਬਾਗੇ ਪੁਰਾਣੇ ਵਾਲੇ ਕੇਸ ਵਿੱਚ। ਦੋ ਕੇਸ ਰਹਿ ਗਏ ਸੀ ਪੰਜਾਬ ਵਿੱਚ, ਮੋਹਾਲੀ ਵਿੱਚ, ਤੇ 6 ਕੇਸ ਚਲ ਗਏ ਸੀ ਦਿੱਲੀ ਨੂੰ। ਤੇ ਜੋ 6 ਕੇਸ ਦਿੱਲੀ ਨੂੰ ਗਏ ਆ ਉਹ ਮਈ 2019 ਦੇ ਕੇਸ ਉੱਥੇ ਗਏ ਆ, ਲੇਕਿਨ ਇੰਨੀ ਸਲੋ ਪ੍ਰੋਸੈਸ ਉੱਥੇ ਦਿੱਲੀ ਵਿੱਚ ਚੱਲਣ ਡਿਆ ਵਾ ਕਿ ਉੱਥੇ ਕੋਈ ਫਰੇਮਿੰਗ ਆਫ ਚਾਰਜਿਸ ਤੇ ਕੋਈ ਲੱਗੇ ਨਹੀਂ ਹਜੇ ਤੱਕ। ਸੋ ਉਸ ਤੋਂ ਬਾਅਦ ਅਕਤੂਬਰ 2020 ਵਿੱਚ ਜੱਗੀ ਭਾਵੇਂ ਹੁਣ ਹਾਈ ਸਿਕਿਉਰਿਟੀ ਜੇਲ੍ਹ ਵਿੱਚ, ਤਿਹਾੜ ਜੇਲ੍ਹ ਵਿੱਚ ਰਿਹਾ ਵਾ, ਰਹਿਣ ਡਿਆ ਹਜੇ ਵੀ ਉੱਥੇ ਹੀ। ਤੇ ਜੱਗੀ ਦੇ ਅਕਤੂਬਰ 2020 ਵਿੱਚ ਇੱਕ ਕਾਂਡ ਹੋਇਆ ਸੀ ਬਲਵਿੰਦਰ ਕਾਮਰੇ ਦੁਆਰਾ ਤੇ ਜਨਵਰੀ 2021 ਵਿੱਚ ਜੱਗੀ ਨੂੰ ਉਸ ਕੇਸ ਵਿੱਚ ਵੀ ਇਹਨਾਂ ਨੇ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ। ਲੇਕਿਨ ਬਹੁਤ ਜਲਦ ਤੋਂ ਜਲਦ ਜਦੋਂ ਅਸੀਂ ਚੈਲੰਜ ਕੀਤਾ, ਜਿਹੜੀ ਉਹਨੇ ਡਿਮਾਂਡ ਲਿਆ ਸੀ, ਤਾਂ ਦਿੱਲੀ ਪੁਲਿਸ ਵਾਲਿਆਂ ਨੇ ਫਿਰ ਮਾਫੀ ਮੰਗ ਕੇ ਉਹਨੂੰ ਵਾਪਸ ਜੇਲ੍ਹ ਵਿੱਚ ਪਾ ਦਿੱਤਾ ਸੀ। ਤਾਂ ਉਸ ਕੇਸ ਵਿੱਚ ਚਲਾਨ ਪੇਸ਼ ਕੀਤਾ ਗਿਆ, ਪਰ ਜੱਗੀ ਦੇ ਖਿਲਾਫ ਉਹਦੇ ਵਿੱਚ ਨਹੀਂ ਕੁਛ ਆਉਣ। ਸੁਖਮੀਤ ਪਾਲ ਦੇ ਖਿਲਾਫ, ਸੁਖ ਭਿਖੜੀਵਾਲ ਦੇ ਖਿਲਾਫ ਕੀਤਾ ਗਿਆ ਸੀ, ਜਿਹੜਾ ਗੈਂਗਸਟਰ ਸੀ ਸੁਖਮੀਤ ਪਾਲ। ਹਾਂਜੀ, ਉਹ ਦੇਖੋ ਹੁਣ ਜੋ ਉੱਥੇ ਹੋਇਆ ਨਹੀਂ ਹੋਇਆ, ਪਰ ਮੇਨ ਪੁਆਇੰਟ ਇਹ ਆ ਗਿਆ ਸੀ ਉਸ ਵੇਲੇ NGO ਰਿਟਰੈਸ ਰਿਪਰੀਵ ਵਿੱਚ ਇਨਵੋਲਵ ਹੋਏ ਸੀ ਕਿ ਜਿਹੜਾ ਬੰਦਾ ਇੰਨੇ ਸਮਾਂ ਜੇਲ੍ਹ ਵਿੱਚ ਆ ਉੱਤੇ ਤੁਸੀਂ ਉਹ ਕਿੱਦਾਂ ਕੇਸ ਪਾ ਸਕਦੇ ਆ। ਸੋ ਫਿਰ ਕਾਫੀ ਇੱਕ ਕਿਸਮ ਨਾਲ ਦਿੱਲੀ ਪੁਲਿਸ ਦੀ ਬੇਇੱਜ਼ਤੀ ਹੋਈ ਸੀ ਉਸ ਵੇਲੇ। ਜੀ ਬਿਲਕੁਲ ਠੀਕ ਹੈ। ਤੇ ਇਸ ਵੇਲੇ ਜੋ ਕੇਸ ਹੈਗੇ ਆ 8 ਕੇਸ NIA ਦੇ ਆ, ਇੱਕ ਦਿੱਲੀ ਪੁਲਿਸ ਦਾ ਵਾ ਉਹ ਕਿਤੇ ਗਿਆ ਨਹੀਂ, ਤੇ ਜਿਹੜਾ ਬਾਗੇ ਪੁਰਾਣੇ ਵਾਲਾ ਕੇਸ ਆ ਔਨਗੋਇੰਗ ਆ। ਸੋ ਤਕਰੀਬਨ 10 ਕੇਸ ਮੁੜ ਕੇ ਵਾਪਸ ਚੱਲਣ ਡਏ ਆ। ਜਿਹੜੇ ਮੇਨ NIA ਜਿੱਦਾਂ ਤੁਸੀਂ ਗੱਲ ਕੀਤੀ ਸੀ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਜਿਹੜੇ ਕੇਸ ਉਹਨਾਂ ਨੇ ਚੱਕੇ ਸੀ, ਉਹਨਾਂ ਵਿੱਚੋਂ
7 ਮਰਡਰ ਹੋਏ ਸੀ ਤੇ ਇੱਕ ਅਟੈਂਪਟਡ ਮਰਡਰ ਸੀ। ਜਿਹੜਾ ਤਾਂ ਅਟੈਂਪਟਡ ਮਰਡਰ ਦਾ ਕੇਸ ਸੀ ਉਹਦੇ ਵਿੱਚ ਜੱਗੀ ਨੂੰ ਬੇਲ ਮਿਲ ਗਈ ਆ, ਹਾਈ ਕੋਰਟ ਨੇ ਬੇਲ ਦਿੱਤੀ ਸੀ NIA ਕੇਸ ਵਿੱਚੋਂ। ਪਰ ਉਹਦੇ ਵਿੱਚ ਇਹ ਗੱਲ ਜ਼ਰੂਰੀ ਆ ਸੁਣਨ ਵਾਲਿਆਂ ਨੂੰ ਦੱਸਣ ਦੇ ਵਾਸਤੇ ਕਿ ਉਹ ਸੀ ਅਟੈਂਪਟਡ ਮਰਡਰ ਅਮਿਤ ਅਰੋੜਾ। ਕਿ ਉਹੀ ਬੰਦਾ ਵਾ ਕਿ ਜਿਹਦੇ ਉੱਤੇ ਪੰਜਾਬ ਪੁਲਿਸ ਨੇ ਚਲਾਨ ਪੇਸ਼ ਕਰਕੇ ਉਹਨੂੰ ਇੱਥੇ ਚਾਰਜ ਕੀਤਾ ਸੀ ਉਸ ਕੇਸ ਵਿੱਚ ਕਿ ਇਸ ਬੰਦੇ ਨੇ ਗਲਤ ਬਿਆਨ ਦੇ ਕੇ ਜ਼ੈਡ ਸਿਕਿਉਰਿਟੀ ਲੈਣੀ ਸੀ ਤੇ ਇਸ ਕਰਕੇ ਕੀਤਾ। ਆਲ ਆਫ ਅ ਸਡਨ ਉਹੀ ਕੇਸ ਹੁਣ ਜਿਹੜੇ ਪੰਜਾਬ ਪੁਲਿਸ ਕਹਿੰਦੇ ਸੀ ਕੋ ਆਪ ਦੋਸ਼ੀ ਆ, ਉਹ ਹੁਣ NIA ਨੂੰ ਦੇਖ ਕੇ ਸਾਬਤ ਕਰਨਾ ਚਾਹੁੰਦੇ। ਹੁਣ ਉਹੀ ਬੰਦਾ ਬਾਹਰ ਤੁਰਿਆ ਫਿਰਦਾ ਵਾ ਇਸ ਕੇਸਾਂ ਵਿੱਚ। ਯੂ ਆਰ ਰਾਈਟ ਗੁਰਪ੍ਰੀਤ। ਮੈਨੂੰ ਮਿਸਟਰ ਜੌਹਲ ਯਾਦ ਹੈ ਕਿ ਜਿਹੜਾ ਅਮਿਤ ਅਰੋੜਾ ਹੈ ਉਸ ਵੇਲੇ ਕਿਹਾ ਗਿਆ ਸੀ ਕਿ ਗੋਲੀ ਇਹਦੇ ਗਰਦਨ ਦੇ ਕੋਲੋਂ ਨਿਕਲੀ ਹੈ। ਪੁਲਿਸ ਨੇ ਕਿਹਾ ਸੀ ਕਿ ਸਰੀਆ ਲਗਾ ਲਿਆ ਨੇ ਆਪਣੇ ਆਪ ਨੂੰ, ਲੇਕਿਨ ਬਾਅਦ ਦੇ ਵਿੱਚ ਪੁਲਿਸ ਨੇ ਮੰਨਿਆ ਸੀ ਕਿ ਗੋਲੀ ਉਹਦੇ ਤੇ ਚਲਾਈ ਗਈ ਸੀ। ਇਹ ਬਾਅਦ ਦੇ ਵਿੱਚ ਪੁਲਿਸ ਨੇ ਮੰਨਿਆ ਸੀ। ਹਾਂਜੀ ਦੇਖੋ ਭਾਜੀ, ਗੱਲ ਉੱਥੇ ਆ ਜਾਂਦੀ, ਪਹਿਲੋਂ ਪੁਲਿਸ ਨੇ ਉਹਦੇ ਖਿਲਾਫ ਚਲਾਨ ਕੱਟ ਕੇ ਕੇਸ ਸ਼ੁਰੂ ਕੀਤਾ, ਹੁਣ ਉਲਟ ਕਰ ਦਿੱਤਾ। ਪਰ ਐਂਡ ਆਫ ਦ ਡੇ ਪੁਆਇੰਟ ਆਪਣਾ ਇਹ ਆ ਜਾਂਦਾ ਵਾ ਕਿ 4.5 ਸਾਲ ਬਾਅਦ ਚ ਜੇ ਕੁਛ ਕੀਤਾ ਹੁੰਦਾ ਹੁਣ ਤੱਕ ਚਾਰਜ ਲੱਗ ਜਾਣਾ ਸੀ ਤੇ ਟ੍ਰਾਇਲ ਸ਼ੁਰੂ ਕਰਕੇ। ਫੇਅਰ ਇਨਫ ਗੁਰਪ੍ਰੀਤ, ਮੈਂ ਤੁਹਾਨੂੰ 2017 ਬੈਕ ਲੈ ਕੇ ਜਾਣਾ ਚਾਹੁੰਦਾ, ਜਦੋਂ ਤੁਹਾਡੇ ਬ੍ਰਦਰ ਇੰਡੀਆ ਆਏ ਸੀ। ਕੀ ਤੁਸੀਂ ਵੀ ਉਹਨਾਂ ਦੇ ਨਾਲ ਸੀ ਉਸ ਵੇਲੇ ਜਦੋਂ ਤੁਹਾਡੇ ਬ੍ਰਦਰ ਦੀ ਮੈਰਿਜ ਸੀ? ਹਾਂਜੀ, ਤੁਸੀਂ ਇੱਕ ਸਟੈਪ ਹੋਰ ਪਿੱਛੇ ਜਾ ਸਕਦੇ ਆ। ਉਹਦੇ ਵਿੱਚ ਅਸੀਂ ਅਪ੍ਰੈਲ 2017 ਵਿੱਚ ਸਾਰੀ ਫੈਮਿਲੀ ਇੰਡੀਆ ਗਏ ਸੀ ਤੇ ਉਸ ਵੇਲੇ ਜੱਗੀ ਦੀ ਮੰਗਣੀ ਹੋਈ ਸੀ। ਜੱਗੀ ਉਸ ਵੇਲੇ ਅਪ੍ਰੈਲ ਤੋਂ ਮਈ 2017 ਤੱਕ ਇੰਡੀਆ ਰਿਹਾ ਤੇ ਫਿਰ ਉਹ ਤੋਂ ਵਾਪਸ ਆਇਆ। ਫਿਰ 2 ਅਕਤੂਬਰ ਨੂੰ ਉਹ ਇੰਡੀਆ ਨੂੰ ਆਏ ਆ ਆਨੰਦ ਕਾਰਜ ਵਾਸਤੇ ਤਿਆਰ ਹੋਣ ਨੂੰ, ਤੇ ਮੈਂ ਵੀ ਵਿਆਹ ਤੇ ਆਇਆ ਸੀ। ਤੇ ਅਸੀਂ ਪਹਿਲੋਂ ਮੁੜ ਗਏ ਸੀ ਤੇ ਜੱਗੀ ਨੇ ਆਉਣਾ ਸੀ 1 ਨਵੰਬਰ 2017 ਨੂੰ। ਪਰ ਲੇਕਿਨ ਉਹ ਕਹਿੰਦਾ ਕਿ ਮੈਂ ਦੇਖੋ ਆਪਣੀ ਵਾਈਫ ਦੇ ਵੀਜ਼ਾ ਐਪਲੀਕੇਸ਼ਨ ਕਰ ਕੇ ਇਹਨਾਂ ਨੇ ਟਾਈਮ ਸਪੈਂਡ ਕਰਕੇ ਫੇਰ ਵਾਪਸ ਆਊਂਗਾ। ਸੋ ਉਸ ਵੇਲੇ ਅਸੀਂ ਵੀ ਗਏ ਸੀ। ਪਰ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਇੰਡੀਆ ਵਾਲਿਆਂ ਨੇ ਇਲਜ਼ਾਮ ਲਾਇਆ ਸੀ ਕਿ ਸਾਡੇ ਕੋਲ 100 ਆਫਿਸਰ ਜੱਗੀ ਦੇ ਦੇਖਣ ਡਿਆ ਸੀ ਕਿ ਇਹ ਕੀ ਕਰਦਾ। ਪਰ ਜਦੋਂ ਇੰਡੀਆ ਵਿੱਚ ਜੱਗੀ ਆਇਆ ਅਪ੍ਰੈਲ 2017 ਵਿੱਚ, ਉਦੋਂ ਕਿਉਂ ਵਾਪਸ ਜਾਣ ਦਿੱਤਾ ਇਹਨਾਂ ਨੇ? ਤੇ 2 ਅਕਤੂਬਰ ਨੂੰ ਇੰਡੀਆ ਵਿੱਚ ਸੀ, ਇੰਡੀਆ ਵਾਲਿਆਂ ਨੂੰ ਪਤਾ ਸੀ ਤੇ 4 ਨਵੰਬਰ ਨੂੰ ਜਾ ਕੇ ਉਹਨੂੰ ਚੱਕਿਆ ਜਾਂਦਾ ਵਾ। ਤੇ ਜਿਹੜਾ ਮੈਨਰ ਸੀ, ਜਿਸ ਮੈਨਰ ਨਾਲ ਚੱਕਿਆ ਗਿਆ ਉਹਦੇ ਵਿੱਚ UN ਨੇ ਵੀ ਕਿਹਾ ਗਿਆ ਵਾ ਕਿ ਗਲਤ ਸੀ ਜਿੱਦਾਂ ਉਹਨਾਂ ਨੇ ਚੱਕਿਆ। ਨਾ ਉਹਨਾਂ ਨੇ ਆਪਣੇ ਆਈਡੈਂਟੀਫਾਈ ਕੀਤਾ ਆਪਣੇ ਆਪ ਨੂੰ ਜਿਸ ਹਿਸਾਬ ਨਾਲ ਉਹਨੂੰ ਲੈ ਕੇ ਗਏ। ਅੱਛਾ ਗੁਰਪ੍ਰੀਤ ਜੀ, ਇਹ ਤਾਂ ਦਿਸ ਇਜ਼ ਯੋਰ ਸਾਈਡ ਆਫ ਸਟੋਰੀ। ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਚੱਕਿਆ ਉਹਨਾਂ ਨੂੰ, ਇਹਨੂੰ ਤੁਸੀਂ ਕਹਿ ਰਹੇ ਹੋ ਕਿ ਅਬਡਕਸ਼ਨ ਦੀ ਤੁਸੀਂ ਗੱਲ ਕਹਿ ਰਹੇ ਹੋ। ਦੋ ਅਬਡਕਸ਼ਨ ਔਰ ਕਿਡਨੈਪਿੰਗ ਇਜ਼ ਟੋਟਲੀ ਇਲੀਗਲ, ਦੈਟ ਇਜ਼ ਦੇਅਰ। ਬਟ ਜੇ ਉਹਨਾਂ ਦੇ ਹੁਣ 11 ਕੇਸ ਹੋਏ ਹੈ, ਰਜਿਸਟਰਡ ਕੇਸ ਚੱਲ ਰਹੇ ਹੈ, ਇਹਦੇ 'ਚ ਜਿਹੜੀ NIA ਪਲੀ ਦਿੰਦੀ ਹੈ ਜੋ ਡਿਫਰੈਂਟ ਮੈਂ ਜਗ੍ਹਾ ਤੋਂ ਕਲੈਕਟ ਕੀਤੀ ਹੈ, ਉਹ ਕਹਿੰਦੇ ਕਿ ਇਨ ਜੂਨ 2013 ਉਹ ਕਹਿੰਦੇ ਕਿ ਤੁਹਾਡੇ ਬ੍ਰਦਰ ਜਿਹੜੇ ਹੈ ਪੈਰਿਸ ਏਅਰਪੋਰਟ ਤੋਂ ਇਹਨਾਂ ਨੂੰ ਰਿਸੀਵ ਕੀਤਾ ਗਿਆ ਸੀ, ਜਗਤਾਰ ਸਿੰਘ ਜੌਹਲ ਨੂੰ, ਮਿੰਟੂ ਦੇ ਵੱਲੋਂ, ਗੁਰਜਿੰਦਰ ਸਿੰਘ ਏਲੀਅਸ ਸ਼ਾਸਤਰੀ ਦੇ ਵੱਲੋਂ, ਜਿਹੜੇ ਤੁਹਾਡੇ ਬ੍ਰਦਰ ਉਸ ਵੇਲੇ UK ਤੋਂ ਆਏ ਸੀ 2013 ਦੇ ਵਿੱਚ, ਔਰ ਜਿਹੜੇ ਉੱਥੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੁਝ ਲੋਕਾਂ ਨੂੰ ਮਿਲੇ ਸੀ, ਔਰ 3000 ਪਾਊਂਡ ਜਿਹੜੇ ਹੈ ਯੂਰੋਜ਼ ਜਿਹੜੇ ਹੈ ਉਹ ਮਿੰਟੂ ਨੂੰ ਦੇਣ ਦੀ ਗੱਲ, ਮਿੰਟੂ ਦੇ ਵੱਲੋਂ ਦੇਣ ਦੀ ਗੱਲ ਕਹੀ ਗਈ ਸੀ। ਕੀ ਇਹ ਗੱਲਾਂ ਜਿਹੜੀਆਂ NIA ਕਹਿ ਰਹੀ ਹੈ ਇਹਨਾਂ ਦਾ ਕੋਈ ਬੇਸ ਹੈ ਅਕੋਰਡਿੰਗ ਟੂ ਯੂ? ਦੇਖੋ ਜੋ ਮੇਰੇ ਵੱਲੋਂ ਆ, ਸਾਡੇ ਵੱਲੋਂ ਪਹਿਲੋਂ ਇੰਡੀਆ ਦਾ ਕਲੇਮ ਸੀ ਕਿ ਸਾਡੇ ਕੋਲ ਸਬੂਤ ਹੈਗੇ ਜੱਗੀ ਨੇ ਪੈਸੇ ਦਿੱਤੇ। ਉਹ ਕਹਿੰਦੇ ਸਾਡੇ ਕੋਲ ਬੈਂਕ ਟ੍ਰਾਂਸਫਰ ਆ। ਜਦੋਂ ਉੱਥੋਂ ਕੁਛ ਨਹੀਂ ਲੱਭਾ ਉਹਨਾਂ ਨੂੰ, ਉਹ ਕਹਿਣ ਡਏ ਆ ਕਿ 3000 ਪਾਉਂਡ ਕਿਹਾ, ਯੂਰੋ ਨਹੀਂ, 3000 ਪਾਉਂਡ ਦਿੱਤਾ ਜੱਗੀ ਨੇ। ਸੋ ਉਹਦੇ ਵਿੱਚ ਅੱਜ ਤੱਕ ਕੋਈ ਸਬੂਤ ਦਿਖਾਇਆ ਨਹੀਂ ਗਿਆ ਕਿ 3000 ਪਾਉਂਡ ਦਿੱਤਾ। ਤਾਂ ਜੇ ਆਪਾਂ ਇਹਨੂੰ ਹਾਈਐਸਟ ਲੈਵਲ ਤੇ ਵੀ ਲੈ ਜਾਈਏ, ਜੇ ਆਪਾਂ ਕਹਿ ਵੀ ਦਈਏ ਚਲੋ ਮੰਨ ਲਓ ਕਿ ਉਹਨੇ ਦਿੱਤੇ ਪੈਸੇ 3000 ਪਾਉਂਡ, ਜਿਹੜਾ ਪਹਿਲਾ ਇੰਡੀਅਨ ਦੇ ਹਿਸਾਬ ਦੇ ਜਿਹੜਾ ਪਹਿਲਾ ਕਤਲ ਹੋਇਆ ਵਾ ਉਹ ਜਾ ਕੇ ਹੋਇਆ 2016 ਵਿੱਚ। ਤੇ ਜੇ ਆਪਾਂ ਮੰਨ ਕੇ ਵੀ ਚੱਲੀਏ ਜੇ ਉਹਨੇ ਦੇ ਦਿੱਤੇ ਤਾਂ 3 ਸਾਲ ਵਿੱਚ ਉਹ ਕਿੱਥੇ 3000 ਪਾਉਂਡ ਗਿਆ, ਉਹਨੂੰ ਕਿੱਦਾਂ ਸਾਬਿਤ ਕਰ ਸਕਦੇ ਕੰਸਪੀਰੇਸੀ ਵਿੱਚ? ਜੋ ਤਾਂ ਅਸੀਂ ਪਰਿਵਾਰ ਨੇ ਅੱਗੇ ਵੀ ਕਿਹਾ, ਸਾਡੀ ਉਹਨਾਂ ਡਾਇਰੈਕਟ ਦਾ ਗੱਲ ਨਹੀਂ ਹੁੰਦੀ ਜੱਗੀ ਦੇ ਨਾਲ। ਪਰਿਵਾਰ ਵੱਲੋਂ ਅਸੀਂ ਕਹਿੰਦੇ ਨਿਰਦੋਸ਼ ਆ। ਜੋ ਜਿਸ ਹਿਸਾਬ ਨਾਲ ਸਭ ਪ੍ਰੋਸੀਜਰ ਚੱਲਿਆ ਵਾ ਉਹ ਨਿਰਦੋਸ਼ ਆ, ਕਿਉਂਕਿ ਹਜੇ ਤੱਕ ਉੱਤੇ ਉਹ ਕੇਸਾਂ ਦੇ ਚਾਰਜ ਨਹੀਂ ਲੱਗੇ, ਨਾ ਟ੍ਰਾਇਲ ਸ਼ੁਰੂ ਹੋਈ ਆ। ਤੇ ਇਸ ਤੋਂ ਇਲਾਵਾ
ਉਹ ਜੱਗੀ ਜਵਾਬ ਦੇ ਸਕਦਾ ਕਿ ਉਹਨੇ ਪੈਸੇ ਦਿੱਤੇ ਜੀ ਨਹੀਂ ਦਿੱਤੇ, ਲੇਕਿਨ ਇੰਨਾ ਅਸੀਂ ਜ਼ਰੂਰ ਕਹਿ ਸਕਦੇ ਆ ਉਹ ਫਰਾਂਸ ਜ਼ਰੂਰ ਗਿਆ ਸੀ, ਕਿਉਂਕਿ ਇਹ ਫੈਕਟ ਆ। ਉਹ ਮਿਲਿਆ ਵੀ ਸੀ ਉੱਥੇ ਹਰਮਿੰਦਰ ਸਿੰਘ ਮਿੰਟੂ ਨੂੰ ਔਰ ਹਰਦੀਪ ਸਿੰਘ ਉਹਨਾਂ ਨੂੰ। ਦੇਖੋ ਇਹਦੇ ਵਿੱਚ ਵੀ ਮੈਂ ਉੱਥੇ ਖੁਦ ਆਪ ਨਹੀਂ ਹੈਗਾ ਸੀ, ਇਹ ਜੱਗੀ ਜਵਾਬ ਦੇ ਸਕਦਾ ਜੀ। ਅੱਛਾ ਗੁਰਪ੍ਰੀਤ ਜੀ, ਹੁਣ ਜਿਹੜਾ ਤੁਹਾਡੀ ਪਾਰਟੀ ਦੇ ਲੀਡਰ ਜਿਹੜੇ ਨੇ ਸਰ ਕੀਰ ਸਟਾਰਮਰ, ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਮਿਸਟਰ ਬੋਰਿਸ ਜੌਨਸਨ ਨੇ ਇਸ ਗੱਲ ਨੂੰ ਮੰਨਿਆ ਕਿ ਇਹ ਆਰਬਿਟਰਰੀ ਡਿਟੈਂਸ਼ਨ ਹੈ। ਉਹਨਾਂ ਨੇ ਇੱਕ ਲੈਟਰ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ। ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਤੁਸੀਂ ਕਿੱਦਾਂ ਮੰਨਦੇ ਹੋ ਇਸ ਗੱਲ ਨੂੰ? ਦੇਖੋ ਅਸੀਂ ਤਾਂ ਪਹਿਲਾਂ ਕਹਿਣ ਰਹੇ ਸੀ ਕਿ ਜੱਗੀ ਨੂੰ ਬਿਨਾਂ ਵਜ੍ਹਾ ਤੋਂ ਫੜਿਆ ਗਿਆ। ਅਸੀਂ UN ਵਰਕਿੰਗ ਗਰੁੱਪ ਆਫ ਆਰਬਿਟਰੀ ਡਿਟੈਂਸ਼ਨ ਤੇ ਸਬਮਿਸ਼ਨ ਕੀਤੀ ਸੀ 2020 ਵਿੱਚ, ਤੇ ਉਹਦਾ ਜਵਾਬ ਜਾ ਕੇ ਆਇਆ ਸੀ ਮਈ 2022 ਵਿੱਚ, ਤੇ ਉਹਦੇ ਵਿੱਚ ਜਿੰਨੇ ਵੀ ਅਸੀਂ ਰੂਲ ਕਿਹਾ ਸੀ, ਇਹ ਚੀਜ਼ਾਂ ਅਸੀਂ ਕਹੀਆਂ ਸੀ, ਸਾਰੀ ਉਹਨਾਂ ਨੇ ਮੰਨੀ। ਪਰ ਜਿਹੜੀ ਵਰਕਿੰਗ ਗਰੁੱਪ ਦੀ ਗੱਲ ਇਹ ਹੋ ਜਾਂਦੀ ਆ, ਅਸੀਂ ਸਬਮਿਸ਼ਨ ਕੀਤੀ ਸੀ, ਇੰਡੀਆ ਨੂੰ ਮੌਕਾ ਮਿਲਿਆ ਸੀ ਇਹਦਾ ਜਵਾਬ ਦੇਣ ਨੂੰ। ਇੰਡੀਆ ਨੇ ਜਵਾਬ ਦਿੱਤਾ ਸੀ ਤੇ ਫਿਰ ਅਸੀਂ ਆਪਣੀ ਸਬਮਿਸ਼ਨ ਕਰਕੇ ਉਸ ਤੋਂ ਬਾਅਦ ਵਰਕਿੰਗ ਗਰੁੱਪ ਨੇ ਡਿਸੀਜਨ ਲਿਆ ਵਾ। ਸੋ ਇਹ ਬਹੁਤ ਜ਼ਰੂਰੀ ਹੋ ਜਾਂਦਾ ਸੀ ਉਸ ਵੇਲੇ, ਕਿਉਂਕਿ ਜੋ UK ਵਿੱਚ ਪਾਲਿਸੀ ਆ ਉਹ ਹੈਗੀ ਆ, ਜਿਹੜਾ ਬੰਦਾ ਆਰਬਿਟਰੀਲੀ ਡਿਟੇਨਡ ਹੋਵੇ ਕਿਸੇ ਮੁਲਕ ਵਿੱਚ, ਜਿੱਦਾਂ ਇਰਾਨ ਵਿੱਚ ਨਜ਼ੀਮ ਜ਼ਗਾਰੀ ਰਾਟਕਲਿਫ ਸੀ, ਕਿ ਇਹ ਫਿਰ ਮੰਗਦੇ ਆ ਉਸ ਮੁਲਕ ਨੂੰ, ਕਹਿੰਦੇ ਸਾਡਾ ਬੰਦਾ ਛੱਡੋ। ਜਦੋਂ ਜੱਗੀ ਦੀ ਗੱਲ ਆਉਂਦੀ ਸੀ ਉਦੋਂ ਨਹੀਂ ਇਹ ਕਹਿੰਦੇ ਸੀ, ਕਿਉਂਕਿ ਇੰਡੀਆ ਦੇ ਨਾਲ ਇਹਦਾ ਟ੍ਰੇਡ ਦਾ ਚੱਲਣ ਡਿਆ ਵਾ। ਸੋ ਇਹ ਬਹੁਤ ਵੱਡੀ ਗੱਲ ਸੀ ਜਦੋਂ ਬੋਰਿਸ ਜੌਨਸਨ ਨੇ ਚਿੱਠੀ ਵਿੱਚ ਲਿਖਤੀ ਰੂਪ ਵਿੱਚ ਕਹਿ ਦਿੱਤਾ ਕਿ ਅਸੀਂ ਮੰਨਦੇ ਆ, UK ਸਰਕਾਰ ਮੰਨਣ ਡਈ ਆ ਕਿ ਜੱਗੀ ਆਰਬਿਟਰੀਲੀ ਡਿਟੇਨਡ ਆ। ਇਹਨਾਂ 3 ਪੁਆਇੰਟਸ ਆਉਂਦੇ ਆ ਵਿੱਚ। ਇਹਦੇ ਵਿੱਚ ਆ ਜਾਂਦਾ ਵਾ ਕਿ ਜੋ ਅਰੈਸਟ ਆ, ਜੋ UN ਨੇ ਕਿਹਾ ਗਲਤ ਹੋਈ ਸੀ, ਨੋ ਲੀਗਲ ਬੇਸਿਸ ਜੱਗੀ ਨੂੰ ਉੱਥੇ ਰੱਖਣ ਦਾ। ਤੇ ਤੀਜੀ ਗੱਲ ਇਹ ਹੋ ਗਈ ਸੀ ਕਿ ਜੱਗੀ 1984 ਵਿੱਚ ਜਿਹੜੇ ਹੋਏ ਜੈਨੋਸਾਈਡ ਦਾ ਹੋਇਆ ਸੀ ਤੇ ਹਿਊਮਨ ਰਾਈਟਸ ਵਾਇਓਲੇਸ਼ਨ ਹੋਈ ਸੀ, ਉਹਦੇ ਬਾਰੇ ਲਿਖਦਾ ਸੀ, ਤੇ ਇਸ ਕਰਕੇ ਇਹ ਸਿੱਖ ਹੋ ਕੇ ਇਹਨੂੰ ਇੰਡੀਆ ਵਿੱਚ ਕੈਦ ਕੀਤਾ ਗਿਆ ਵਾ। ਸੋ 3 ਪੁਆਇੰਟ ਜ਼ਰੂਰੀ ਹੋ ਜਾਂਦੇ। ਤੇ ਜਦੋਂ ਬੋਰਿਸ ਜੌਨਸਨ ਮੰਨ ਜਾਂਦਾ ਵਾ ਕਿ ਜੱਗੀ ਆਰਬਿਟਰੀਲੀ ਡਿਟੇਨਡ ਹੈ, ਇਹਦਾ ਮਤਲਬ ਇਹ ਮੰਨ ਜਾਂਦਾ ਕਿ ਜੋ UN ਨੇ ਕਿਹਾ ਵਾ ਅਸੀਂ ਉਹਨਾਂ ਸਹਿਮਤ ਆ। ਪਰ ਗੁਰਪ੍ਰੀਤ ਜਿਹੜੀਆਂ ਮਿਸਟਰ ਬੋਰਿਸ ਜੌਨਸਨ ਦੀਆਂ ਇੰਟੈਂਸ਼ਨਸ ਹੈ ਬਤੌਰ ਪ੍ਰਾਈਮ ਮਿਨਿਸਟਰ, ਵੈਨ ਹੀ ਵਾਜ਼ ਪ੍ਰਾਈਮ ਮਿਨਿਸਟਰ ਆਫ ਯੂਨਾਈਟਿਡ ਕਿੰਗਡਮ, ਉਹਨਾਂ ਨੇ ਐਜ਼ ਅ ਪ੍ਰਾਈਮ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਨੂੰ ਆਹ ਜਿਹੜਾ ਸ਼ਬਦ ਆਪਾਂ ਕਹਿ ਰਹੇ ਹਾਂ ਆਰਬਿਟਰੀ ਡਿਟੈਂਸ਼ਨ ਦਾ, ਇਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ। ਉਹਨਾਂ ਨੇ ਸਿਰਫ ਸਰ ਕੀਰ ਸਟਾਰਮਰ ਨੂੰ ਇੱਕ ਲੈਟਰ ਦੇ ਵਿੱਚ ਲਿਖਿਆ, ਵਿਚ ਇਜ਼ ਜਸਟ ਇਹ ਜਿਹੜਾ ਡਾਕੂਮੈਂਟ 10 ਡਾਊਨਿੰਗ ਸਟਰੀਟ ਦਾ ਮੈਂ ਖੁਦ ਪੜ੍ਹਿਆ, ਮੇਰੇ ਕੋਲ ਪਿਆ ਵੀ ਹੈ, ਜਿਹੜਾ ਉਹਨਾਂ ਨੇ ਲਿਖਿਆ ਦੈਟ ਇਜ਼ ਐਡਰੈਸ ਕਰ ਰਿਹਾ ਉਹ ਮਿਸਟਰ ਕੀਰ ਸਟਾਰਮਰ ਨੂੰ, not to the government of India. Do you think ਕਿ ਜਿਹੜੀ ਇੰਟੈਂਸ਼ਨ ਹੈ ਉਹਨਾਂ ਦੀ ਸਿਰਫ ਕੀਰ ਸਟਾਰਮਰ ਨੂੰ ਦੇਣ ਦੀ, ਇਹ ਵੀ ਕਿਤੇ ਨਾ ਕਿਤੇ ਕੁਐਸਚਨੇਬਲ ਲੱਗਦੀ ਹੈ? ਜੇ ਉਹ ਆਰਬਿਟਰੀ ਡਿਟੈਂਸ਼ਨ ਇਹਨੂੰ ਮੰਨਦੇ ਹੈ ਤਾਂ ਕਿਉਂ ਨਹੀਂ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਬਾਰੇ ਗੱਲ ਕੀਤੀ ਇਨ ਰਾਈਟਿੰਗ, ਇਸ ਜਿਹੜਾ ਵਰਡ ਹੈ ਇਹ ਯੂਜ਼ ਕਰਨਾ? ਦੇਖੋ ਉਹਨਾਂ ਨੇ ਜੋ ਸਾਨੂੰ ਦੱਸਿਆ, ਉਹ ਕਹਿੰਦੇ ਅਸੀਂ ਆਪਣਾ ਕੇਸ ਰੇਜ਼ ਕੀਤਾ ਵਾ ਜਦੋਂ ਇੰਡੀਆ ਨੂੰ ਗਿਆ ਸੀ ਅਪ੍ਰੈਲ ਵਿੱਚ, ਉਹ 2022 ਵਿੱਚ, ਉਦੋਂ ਵੀ ਕਹਿੰਦੇ ਸੀ ਕੇਸ ਰੇਜ਼ ਕੀਤਾ ਵਾ, ਉਹਨੂੰ ਮੈਮੋ ਦਿੱਤੀ ਗਈ ਆ। ਵੈਦਰ ਉਹਨੇ ਆਰਬਿਟਰੀ ਡਿਟੈਂਸ਼ਨ ਦਾ ਸ਼ਬਦ ਜ਼ਰੂਰ ਵਰਤ ਕੇ ਕਿਹਾ, ਇਹ ਨਹੀਂ, ਇਹ ਹਜੇ ਸੱਤਾ ਨੂੰ ਜਾਣਕਾਰੀ ਨਹੀਂ ਮਿਲੀ। ਪਰ ਲੇਕਿਨ ਜਿਹੜਾ ਓਪੋਜੀਸ਼ਨ ਲੀਡਰ ਨੂੰ ਇਹ ਗੱਲ ਕਹਿਣਾ ਕਿ ਅਸੀਂ ਮੰਨਦੇ ਆ, ਇਹ ਬਹੁਤ ਵੱਡੀ ਹੋ ਜਾਂਦੀ, ਕਿਉਂਕਿ ਇੱਕ ਵਾਰੀ ਜਦੋਂ ਹੁਣ ਜਿੱਦਾਂ ਪਬਲਿਕ ਡੋਮੇਨ ਵਿੱਚ ਆ ਤੇ ਇਹਦੇ ਰਾਹੀਂ ਹੁਣ ਉਹ ਪੁਆਇੰਟ ਬਣ ਜਾਂਦਾ ਕਿ UK ਸਰਕਾਰ ਨੂੰ ਇਹਦੀ ਆਰਬਿਟਰੀ ਟੈਂਸ਼ਨ ਰੇਜ਼ ਕਰਕੇ ਮੰਗਣੀ ਪੈਣੀ ਆ। ਸੋ ਮੈਂ ਇਹ ਨਹੀਂ ਕਹੂੰਗਾ ਕਿ ਸਿਰਫ ਵਰਡਸ ਹੀ ਆ, ਇਹ ਪੁਆਇੰਟ ਆਫ ਆਰਡਰ ਹੋ ਗਿਆ ਜਿਹਦੇ ਵਿੱਚ ਇਹ ਸਰਕਾਰ ਮੰਨੀ ਆ। ਹੁਣ ਕੱਲ ਬੋਰਿਸ ਜੌਨਸਨ ਨੇ ਰੈਜ਼ਿਗਨੇਸ਼ਨ ਦਿੱਤਾ ਵਾ, ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਵੀ ਆਊਗਾ, ਹੁਣ ਇਹ ਪੋਜੀਸ਼ਨ ਸਰਕਾਰ ਦੀ ਪਿੱਛੇ ਨਹੀਂ ਜਾ ਸਕਦੇ ਉਹਦੇ ਵਿੱਚੋਂ। ਸੋ ਜਿਹੜਾ ਵੀ ਅੱਗੇ ਲੈ ਕੇ ਜਾਊਗਾ ਉਹ ਅੱਗੇ ਇਹਨੂੰ ਕੈਰੀ ਫਾਰਵਰਡ ਕਰਦਾ ਵਾ ਨਹੀਂ ਕਰਦਾ, ਹਾਂਜੀ ਉਹ ਕਿੱਦਾਂ ਕਰਦਾ ਇਹ ਉਹਨਾਂ ਨੂੰ ਪਤਾ, ਆਪਾਂ ਤਾਂ ਸਿਰ ਆਪਣਾ ਪ੍ਰੈਸ਼ਰ ਰੱਖ ਸਕਦੇ ਆ। ਗੁਰਪ੍ਰੀਤ ਜੀ ਮੇਰੇ ਕੋਲ ਸਮਾਂ ਘੱਟ ਜਾਣਾ, ਮਾਈ ਲਾਸਟ ਕੁਐਸਚਨ ਟੂ ਯੂ, ਕੀ ਤੁਹਾਡੇ ਬ੍ਰਦਰ ਨੂੰ ਇੰਡੀਆ ਦੇ ਵਿੱਚ ਕਾਉਂਸਲਰ ਐਕਸੈਸ ਮਿਲਿਆ? ਕੀ ਉਹਨਾਂ ਨੂੰ ਉਹਨਾਂ ਦੇ ਕਾਉਂਸਲਰ ਤੱਕ, ਜਿਹੜਾ UK ਦੇ ਕਾਉਂਸਲਰ ਨੇ, ਉਹਨਾਂ ਦੀ ਸੇਵਾਵਾਂ ਜਿਹੜੀਆਂ ਸਰਵਿਸਿਜ਼ ਜਿਹੜੀਆਂ ਐਕਸੈਸ ਜਿਹੜਾ ਉਹ ਦਿੱਤਾ ਜਾ ਰਿਹਾ? ਦੇਖੋ ਕਾਉਂਸਲਰ ਸਰਵਿਸਿਜ਼ ਉਹਨੂੰ ਮਿਲੇ ਆ, ਪਰ ਉਹਨੂੰ ਪ੍ਰਾਈਵੇਟ ਕਾਉਂਸਲਰ ਸਰਵਿਸਿਜ਼ ਨਹੀਂ ਮਿਲੇ ਟੂ ਡੇਟ। ਔਰ ਜਿੰਨੇ ਵੀ ਹੁੰਦੇ ਆ ਉੱਥੇ ਕੋਈ ਤੇ ਕੋਈ ਜ਼ਰੂਰ ਬੰਦਾ ਹੁੰਦਾ ਵਾ ਜਿਹੜਾ ਉਹਨਾਂ ਮੁਲਾਕਾਤ ਹੁੰਦੀ ਆ। ਸੋ ਪ੍ਰਾਈਵੇਟ ਕਾਉਂਸਲਰ ਜੀ ਹੁਣ ਇੱਕ ਬਣਦੀ ਆ ਚੀਜ਼, ਉਹ ਨਹੀਂ ਉਹਨੂੰ ਮਿਲੀ ਗਈ।
ਟੂ ਡੇਟ, ਪਰ ਉੱਦਾਂ ਉਹਨੂੰ ਹਾਈ ਕਮਿਸ਼ਨ ਉੱਥੋਂ ਜ਼ਰੂਰ ਮਿਲਦੇ। ਅੱਛਾ, ਐਂਡ ਵਨ ਮੋਰ ਥਿੰਗ, ਤੁਹਾਡੇ ਲਾਇਰ ਜਿਹੜੇ ਉੱਥੇ ਮਿਸਟਰ ਮੰਝਪੁਰ ਹੈ, ਇਫ ਸਟਿਲ ਹੀ ਇਜ਼ ਯੋਰ ਲਾਇਰ, ਜੇ ਤੁਸੀਂ ਉਹਨਾਂ ਨੂੰ ਹਾਇਰ ਕੀਤਾ ਹੋਇਆ, ਉਹਨਾਂ ਦਾ ਕੀ ਕਹਿਣਾ ਕਿ ਵਾਟ ਇਜ਼ ਦ ਸਟੇਜ ਆਫ ਦੋਜ਼ ਕੇਸਿਸ ਰਾਈਟ ਨਾਓ? ਦੇਖੋ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ, ਜਿਹੜੇ 8 NIA ਦੇ ਕੇਸ ਹੈ, ਹਜੇ ਤੱਕ ਕੋਈ ਚਾਰਜ ਨਹੀਂ ਲੱਗਾ ਨੈਸ਼ਨਲ ਵੈਸਟ। ਉਹਨਾਂ ਹੁਣ 12 ਤਰੀਕ ਨੂੰ ਤਰੀਕ ਆ, ਉੱਥੇ ਹੁਣ ਜੱਜ ਨੇ ਡਿਸੀਜਨ ਦੇਣਾ ਸੀ, ਜਾਂ ਡਿਸਚਾਰਜ ਕਰ ਸਕਦਾ ਜਾਂ ਚਾਰਜ ਫਰੇਮ ਕਰ ਸਕਦਾ ਵਾ, ਪਰ ਲੇਕਿਨ ਉਹ ਹੁਣ 12 ਤਰੀਕ ਨੂੰ ਪਤਾ ਲੱਗੂਗਾ। ਹੁਣ ਅੱਗੇ NIA ਫਿਰ ਤਰੀਕ ਅੱਗੇ ਮੰਗ ਲੈਂਦੇ ਆ। ਸਭ ਤੋਂ ਚੀਜ਼ ਤਾਂ ਇਹੀ ਆ ਜੋ ਅਸੀਂ ਸਿੱਖਿਆ ਇਹਦੇ ਵਿੱਚੋਂ ਫੈਮਿਲੀ ਵਾਸਤੇ, ਕਿ ਜੋ ਇੰਡੀਆ ਵਿੱਚ ਸਿਸਟਮ ਆ, ਕੋਈ ਸਿਸਟਮ ਨਹੀਂ ਹੈਗਾ ਉੱਥੇ। ਜਦੋਂ ਕਿਸੇ ਨੂੰ ਸੱਦਿਆ ਗਿਆ ਹੁੰਦਾ, ਜਾਂ ਹੁਣ ਫੋਰ ਐਗਜ਼ਾਮਪਲ ਪੰਜਾਬ ਵਿੱਚ NIA ਦਾ ਜਿਹੜਾ ਵਕੀਲ ਸੀ ਉਹ ਕੈਨੇਡਾ ਆਇਆ ਸੀ। ਜਦੋਂ ਕੈਨੇਡਾ ਆਇਆ ਸੀ, ਉਹ ਕਹਿੰਦਾ ਕਿ ਮੈਂ ਬਿਮਾਰ ਹੋ ਗਿਆ, ਉਸ ਕਰਕੇ ਤਰੀਕਾ ਅੱਗੇ ਪੈਂਦੀਆਂ ਰਹੀਆਂ। ਉਹੀ ਹੁਣ ਜਿਹੜਾ ਵਕੀਲ ਹੈ NIA ਦਾ, ਪਤਾ ਹੀ ਨਹੀਂ ਮੁੜ ਕੇ ਕਿੱਥੇ ਚੱਲ ਗਿਆ, ਕੀ ਹੋਇਆ ਕੀ ਨਹੀਂ ਹੋਇਆ ਉਹਨੂੰ, ਤੇ ਉਹ ਕੇਸ ਅੱਗੇ ਵੀ ਚੱਲਣ ਡਏ ਆ। ਹੁਣ ਜੋ UK ਦਾ ਸਿਸਟਮ ਆ, ਹੁਣ ਇੱਕ ਵਾਰੀ ਜਦੋਂ ਕੇਸ ਚੱਲਦਾ, ਉਹ ਪੂਰਾ ਲਗਾਤਾਰ ਚੱਲਦਾ ਵਾ, ਟਰਾਇਲ ਸ਼ੁਰੂ ਹੋ ਜਾਂਦੀ ਹੈ। ਇੰਡੀਆ ਦਾ ਹਿਸਾਬ ਆ, ਇਹ 2 ਵੀਕਾਂ ਬਾਅਦ ਡੇਟ ਪਾ ਦਿੰਦੇ ਆ। ਦਿੱਲੀ ਵਿੱਚ ਤਾਂ ਇਹਨਾਂ ਦਾ 7-8 ਵੀਕਾਂ ਬਾਅਦ ਡੇਟ ਆਉਂਦੀ ਆ। ਸੋ ਇੱਕ ਸਿਸਟਮ ਨਹੀਂ ਹੈਗਾ, ਪਰ ਅਸੀਂ ਤਾਂ ਹੁਣ ਉਹਨੂੰ ਜੋ ਚੈਲੰਜ ਕਰ ਸਕਦੇ ਆ, ਪਰਿਵਾਰ ਵੱਲੋਂ 2 ਵੱਲੋਂ ਲੜਾਈ ਆ। ਇੱਕ ਹੈਗੀ ਆ ਸਿਸਟਮ ਦੇ ਖਿਲਾਫ, ਇੱਕ ਹੈਗੀ ਆ ਜਿਹੜੀ ਪੋਲੀਟੀਕਲੀ ਜੋ ਮੋਟੀਵੇਸ਼ਨ ਹੈਗੀ ਆ। ਅਸੀਂ ਦੋਨੇ ਪਾਸੇ ਕੈਂਪੇਨ ਆਪਣੀ ਕੀਤੀ ਆ, ਲੀਗਲ ਕਾਰਵਾਈ ਵੀ ਹੋਣ ਡਈ ਆ, ਤੇ ਜੋ UK ਸਰਕਾਰ ਨੂੰ ਕਰਨਾ ਚਾਹੀਦਾ ਅਸੀਂ ਉੱਤੇ ਵੀ ਡਟ ਕੇ ਲੱਗੇ ਆ। ਸੋ ਜੋ ਅੱਜ ਕੇ ਮੰਝਪੁਰ ਨੇ ਦੇਖਿਆ, ਜੋ NGO ਨੇ ਵੀ ਦੇਖਿਆ, ਉਹਨਾਂ ਨੇ ਇਹ ਕਿਹਾ ਵਾ ਕਿ ਜੱਗੀ ਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ, ਤੇ ਉਹਨੂੰ ਬਰੀ ਕਰਕੇ ਉਹਨੂੰ ਵਾਕਿਆ ਆਪਣੇ ਘਰ ਆਉਣਾ ਚਾਹੀਦਾ। ਗੁਰਪ੍ਰੀਤ ਜੀ, ਤੁਸੀਂ, ਤੁਹਾਡੀ ਫੈਮਿਲੀ ਇਸ ਵੇਲੇ ਜੌਹਲ ਫੈਮਿਲੀ, ਉਹਨਾਂ ਦੇ ਮਿਸਿਸ ਦਾ ਪਰਿਵਾਰ, ਜਿਹੜਾ ਤੁਹਾਡੇ ਬ੍ਰਦਰ ਦੇ ਵਾਈਫ ਦਾ ਪਰਿਵਾਰ ਹੈ, ਕੀ ਤੁਸੀਂ ਆਪਣੇ ਵੱਲੋਂ ਜਿਹੜੀ ਹੈ ਮੰਗ, ਡਿਮਾਂਡ, ਰਿਕੁਐਸਟ ਜਿਹੜੀ ਹੈ ਉਹ UK ਦੀ ਗਵਰਨਮੈਂਟ ਨੂੰ ਔਰ ਇੰਡੀਆ ਦੀ ਗਵਰਨਮੈਂਟ ਨੂੰ ਕਰਦੇ ਹੋ? ਅਸੀਂ ਦੋਨਾਂ ਨੂੰ ਕੀਤੀ ਹੈ, ਕਿ ਸਾਡੀ ਰਿਕੁਐਸਟ UK ਸਰਕਾਰ ਵਿੱਚ ਦੀ ਹੋਣੀ ਆ, ਪਰ ਲੇਕਿਨ ਹੁਣ ਜਿਹੜੇ ਆਪਣੇ ਸੁਣਨ ਵਾਲੇ ਆ, ਤੁਹਾਨੂੰ ਵੀ ਰਿਕੁਐਸਟ ਆ ਕਿ ਤੁਸੀਂ ਕੈਨੇਡੀਅਨ ਗਵਰਨਮੈਂਟ ਨੂੰ ਵੀ ਕਰੋ। UK ਨੇ ਤਾਂ ਕੈਨੇਡਾ ਨੇ ਸਾਈਨ ਕੀਤਾ ਆਰਬਿਟਰੀ ਡਿਟੈਂਸ਼ਨ ਬਾਰੇ ਇੱਕ ਮੈਮੋ, ਤੇ ਉਹਦੇ ਵਿੱਚ ਇਹ ਮੰਗ ਸਕਦੇ ਆ ਕਿ ਜਿਹੜੇ ਕੈਨੇਡਾ ਵਿੱਚੋਂ ਵੀ ਇੱਥੇ UK ਨੂੰ ਪ੍ਰੈਸ਼ਰ ਪਵੇ, ਇੰਡੀਆ ਵਾਲਿਆਂ ਨੂੰ ਪ੍ਰੈਸ਼ਰ ਪਵੇ ਇਹਦੇ ਵਿੱਚ, ਕਿਉਂਕਿ ਜੋ ਜੱਗੀ ਨਾਲ ਹੋਇਆ ਪਿਛਲੇ ਸਾਲ ਹੋਣ ਡਿਆ 4.5 ਸਾਲ ਵਿੱਚ, ਇਹ ਕੱਲ ਨੂੰ ਹੋਰ ਕਿਸੇ ਨਾਲ ਵੀ ਹੋ ਸਕਦਾ। ਉਹ ਸੈੱਟ ਕਰਨਾ ਚਾਹੁੰਦੇ ਪ੍ਰੈਜ਼ੀਡੈਂਟ ਕਿ ਅਸੀਂ ਇੱਕ ਵਾਰੀ ਕਰ ਲਿਆ, ਅਸੀਂ ਅੱਗੇ ਵੀ ਕਰੋਗੇ। ਸੋ ਉਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਜਿੱਥੋਂ ਵੀ ਪ੍ਰੈਸ਼ਰ ਪੈਂਦਾ ਵਾ, ਆਪਾਂ ਉੱਥੇ ਜ਼ਰੂਰ ਪਾਈਏ। ਜਿਹੜੇ ਹਿਊਮਨ ਰਾਈਟਸ ਵਾਇਓਲੇਸ਼ਨਸ ਹੁੰਦੇ ਆ ਉਹਦੇ ਬਾਰੇ ਕਰੀਏ। ਮੈਂ ਮੰਨਦਾ, ਤੁਸੀਂ ਕਿਹਾ ਸੀ ਕਿ ਗੁਰਪ੍ਰੀਤ ਸਿੰਘ ਇਹ ਤੁਹਾਡਾ ਪੱਖ ਆ, ਪਰਿਵਾਰ ਦਾ ਪੱਖ ਆ, ਇਹਦੇ ਵੱਲ ਕੋਈ ਹੈ ਨਹੀਂ ਜਿਹੜਾ ਉਲਟ ਕਹਿ ਸਕਦਾ, ਲੇਕਿਨ ਤੁਸੀਂ ਇਹ ਵੀ ਸਮਝੋ ਕਿ ਮੈਂ ਇੱਕ ਵਕੀਲ ਵੀ ਆ, ਜੋ ਵੀ ਮੈਂ ਪੁਆਇੰਟ ਰੱਖੇ ਆ ਉਹ ਮੈਂ ਰੱਖੇ, ਜੋ ਫੈਕਚੁਅਲ ਪੁਆਇੰਟ ਰੱਖੇ ਆ। ਫੈਮਿਲੀ ਵੱਲੋਂ ਜੱਗੀ ਨਿਰਦੋਸ਼ ਆ, ਉੱਥੇ no openness, no transparency, no due process. Gurpreet ji, I can promise you for one thing that I will definitely try to get somebody from either from the agencies, state agencies, or ਕੋਈ ਜਿਹੜਾ ਉਹਨਾਂ ਦਾ ਕੋਈ ਸਰਕਾਰ ਦਾ ਕੋਈ representative ਹੈ, I'll try to call them, because as a journalist, as you said that you are a lawyer and I am a journalist, I'll try to bring them on my show and we will definitely ask them all these questions ਜਿਹੜੇ ਤੁਸੀਂ ਕੀਤੇ ਆ, ਜਿਹੜੇ ਸ਼ਾਇਦ ਤੁਹਾਨੂੰ ਪੁੱਛਣ ਦਾ ਜੇ ਮੌਕਾ ਨਹੀਂ ਮਿਲ ਰਿਹਾ, but we will definitely ask these questions to them. ਦੇਖੋ ਭਾਜੀ, ਫਰਵਰੀ 2018 ਵਿੱਚ ਇੰਡੀਅਨ ਹਾਈ ਕਮਿਸ਼ਨ UK ਵਿੱਚ ਕਿਹਾ ਸੀ ਅਸੀਂ ਤੈਨੂੰ ਚਾਰਜ ਕਰਕੇ ਅਸੀਂ ਤੈਨੂੰ ਹੈਂਗ ਵੀ ਕਰ ਦੇਣਾ ਵਾ। 4 ਸਾਲ ਲੰਘੇ, ਹਜੇ ਤੈਨੂੰ ਕੋਈ ਕੇਸ ਨਹੀਂ ਸ਼ੁਰੂ ਹੋਏ। ਸੋ ਇੰਡੀਆ ਦੀ ਪੋਜੀਸ਼ਨ ਇਹ ਆ ਕਿ ਸਾਡੇ ਕੋਲ ਸਾਰਾ ਕੁਛ ਆ ਗਿਆ, ਲਾਅ ਆਫ ਦ ਲੈਂਡ ਇਜ਼ ਵਰਕਿੰਗ, ਲੇਕਿਨ ਪੁਆਇੰਟ ਇੱਥੇ ਆ ਜਾਂਦਾ ਕਿ ਜਿਹੜੇ ਵੀ ਆਪਣੇ ਸੁਣਨ ਵਾਲੇ ਇਹ ਆ ਜਾਊਗਾ, ਜੇ ਮੈਂ ਕੁਛ ਗਲਤ ਕੀਤਾ ਵਾ, ਤੁਸੀਂ ਚਾਰਜ ਕਰਕੇ ਟਰਾਇਲ ਸ਼ੁਰੂ ਕਰਕੇ ਕਨਵਿਕਟ ਕਰੋ, ਤੇ ਬੰਦੇ ਨੂੰ ਮੌਕਾ ਦੇਵੋ। ਤੁਸੀਂ ਇੰਨਾ ਕੰਮ ਤਾਂ ਕਰ ਦੋ, ਤੁਸੀਂ ਤਾਂ ਇਹ ਵੀ ਨਹੀਂ ਕਰਨ ਰਹੇ। ਸੋ ਮੁੜ ਕੇ ਪੁਆਇੰਟ ਉੱਥੇ ਆ ਜਾਂਦੀ ਆ। ਦਸੰਬਰ 2017 ਵਿੱਚ ਇਹ ਜ਼ਰੂਰੀ ਪੁਆਇੰਟ ਰੇਜ਼ ਕਰ ਲਓ। ਨਵੰਬਰ ਤੋਂ ਲੈ ਕੇ ਦਸੰਬਰ ਤੱਕ ਫ੍ਰੀ ਜੱਗੀ ਨਾਓ ਕੈਂਪੇਨ ਦੁਨੀਆ ਭਰ ਤੱਕ ਚੜ ਗਈ ਸੀ, ਤੇ ਇੰਡੀਆ ਵਾਲੇ UK ਸਰਕਾਰ ਨੂੰ ਨਹੀਂ ਜਵਾਬ ਦਿੰਦੇ ਸੀ, ਫ੍ਰੀ ਜੱਗੀ ਨਾਓ ਕੈਂਪੇਨ ਨੂੰ ਜਵਾਬ ਦੇਣ ਰਹੇ ਸੀ। ਉਸ ਵੇਲੇ ਇਹਨਾਂ ਨੇ ਇੱਕ ਕਬੂਲਨਾਮਾ ਵੀਡੀਓ ਕੱਢੀ ਗਈ, ਕਨਫੈਸ਼ਨ ਵੀਡੀਓ ਨਿਊਜ਼ ਚੈਨਲਾਂ ਵਿੱਚ ਲਾਈ ਗਈ
ਤਾਂ ਲੋਕਾਂ ਨੇ ਦੇਖ ਕੇ ਕਿਹਾ ਕਿ ਕੁਛ ਇਹਦੇ ਵਿੱਚ ਹੋ ਗਿਆ ਵਾ। ਤੇ ਅਸੀਂ ਜਦੋਂ ਉਹਦੇ ਵਿੱਚ ਦੇਖਿਆ ਤਾਂ ਉਹਦੇ ਵਿੱਚ ਕੁਛ ਵੀ ਹੈ ਨਹੀਂ ਸੀ। ਉਸ ਕਬੂਲਨਾਮਾ ਵਿੱਚ ਇੱਕ ਟਰਾਇਲ ਬਾਈ ਮੀਡੀਆ ਸ਼ੁਰੂ ਕਰ ਦਿੱਤੀ। 2 ਵਾਰੀ, ਦੂਜੀ ਵਾਰੀ ਇੰਡੀਆ ਨੇ ਕੀਤਾ ਕੰਮ। ਪਹਿਲੀ ਵਾਰੀ ਕੀਤਾ ਸੀ ਜਿਹੜਾ ਮੈਨੂੰ ਨਾਂ ਚੇਤਾ ਭੁੱਲ ਗਿਆ, ਬੰਬੇ ਬੰਬ ਬਲਾਸਟ, ਅਜਮਲ ਕਸਾਬ। ਜਦੋਂ ਹਾਂਜੀ, ਜਦੋਂ ਪਬਲਿਕ ਪਰਸੈਪਸ਼ਨ ਉਹਦੇ ਫਾਇਦੇ ਵਿੱਚ ਜਾਣ ਡਈ ਸੀ, ਉਹ ਇਹਨਾਂ ਨੇ ਕਨਫੈਸ਼ਨ ਵੀਡੀਓ ਕਰਕੇ ਉਹਨੂੰ ਹੈਂਗ ਕਰ ਦਿੱਤਾ ਸੀ ਜਲਦ ਤੋਂ ਜਲਦ, ਕਿਉਂਕਿ ਉਹਨੇ ਖਿਲਾਫ ਜਾਣ ਦਿਆ ਸੀ ਸਾਰਾ ਕੁਛ। ਦੂਜੀ ਵਾਰੀ ਇਹਨਾਂ ਨੇ ਕੀਤਾ ਜੱਗੀ ਦੇ ਨਾਲ, ਜਦੋਂ ਇਹਨਾਂ ਨੇ ਅਲੈਜਡ ਕਨਫੈਸ਼ਨ, ਜਦੋਂ ਇੰਟੈਰੋਗੇਸ਼ਨ ਹੋਣ ਰਹੀ ਆ, ਉਹ ਵੀਡੀਓ ਪਾਈ ਗਈ ਬਾਹਰ। ਕਿੱਦਾਂ ਆਈ ਇਹ ਤਾਂ ਏਜੰਸੀ ਦੱਸਦੀ ਹੈ ਕਿੱਦਾਂ ਬਾਹਰ ਆਈ। ਹੁਣ ਤੁਹਾਨੂੰ ਤਾਂ ਨਹੀਂ ਕੋਈ ਕਿ ਕੈਨੇਡਾ ਵਿੱਚ ਪੁਲਿਸ ਵਾਲੇ ਆ ਕੇ ਕਹੋਗੇ ਸਮੀਰ ਭਾਜੀ ਤੁਸੀਂ ਆ ਲੈ ਲਓ ਵੀਡੀਓ, ਅਸੀਂ ਇੰਟੈਰੋਗੇਸ਼ਨ ਕਰਦੇ ਸੀ। ਅਜਮਲ ਕਸਾਬ ਦਾ ਕੇਸ ਵਾਸ ਟੋਟਲੀ ਡਿਫਰੈਂਟ। ਹੀ ਵਾਸ ਅ ਟੈਰਰਿਸਟ। ਉਹ ਤਾਂ ਆਇਆ ਸੀ, ਉਹਦੇ ਤਾਂ ਵੀਡੀਓਜ਼ ਵੀ ਨਿਕਲੀਆਂ ਜਦੋਂ ਉਹ AK-47 ਜਾਂ ਜਿਹੜੀ ਅਸੌਲਟ ਰਾਈਫਲ ਲੈ ਕੇ ਲੋਕਾਂ ਨੂੰ ਮਾਰ ਵੀ ਰਿਹਾ ਸੀ। ਭਾਜੀ ਅਜਮਲ ਕਸਾਬ ਨਹੀਂ ਸੀ, ਹੋਰ ਕੋਈ ਸੀ ਜਿਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਸੋ ਮੈਨੂੰ ਮੈਂ ਗਲਤ ਨਹੀਂ ਕਹਿ ਸਕਦਾ। ਇਟਸ ਫਾਈਨ, ਫੇਅਰ ਇਨਫ। ਪਰ ਇਹਦਾ ਮੈਂ ਐਗਜ਼ਾਮਪਲ ਤਾਂ ਇਸ ਕਰਕੇ ਦੇਣਾ ਚਾਹੁੰਦਾ ਸੀ ਕਿ ਹੁਣ ਜਿਹੜਾ ਇੰਡੀਆ ਦਾ ਇੱਕ ਬੰਦਾ ਫੜਿਆ ਗਿਆ ਪਾਕਿਸਤਾਨ ਵਿੱਚ, ਜਦੋਂ ਉਹਨੇ ਕਨਫੈਸ ਕੀਤਾ ਸੀ ਕਿ ਮੇਰੇ ਨਾਲ ਆ ਹੋਇਆ, ਮੈਂ ਇਸ ਕੰਮ ਨੂੰ ਆਇਆ ਸੀ, ਉਸ ਵੇਲੇ ਇੰਡੀਆ ਕਹਿੰਦੇ ਇਹਨੇ ਜੁਰੈਸ ਵਿੱਚ ਉਹ ਵੀਡੀਓ ਬਣਾਈ ਆ। ਜਦੋਂ ਜੱਗੀ ਦੀ ਵੀਡੀਓ ਆਉਂਦੀ ਆ ਉਹ ਕਹਿੰਦੇ ਕਨਫੈਸ਼ਨ ਵੀਡੀਓ ਆ। ਸੋ ਇੱਕ ਜੋ ਕੰਟਰਡਿਕਸ਼ਨ ਕਰਦੇ ਇਹਦੇ ਵਿੱਚ, ਡਿਸਕ੍ਰਿਪੈਂਸੀਆਂ ਵਿੱਚ ਆ ਜਾਂਦੀ ਆ ਵਾ, ਉਹਦੇ ਵਿੱਚ ਹੁੰਦਾ ਵਾ। ਤੁਸੀਂ ਭਾਜੀ ਮੰਚਪੁਰ ਨਾਲ ਵੀ ਗੱਲ ਕਰ ਸਕਦੇ ਆ। ਜੋ ਪੰਜਾਬ ਪੁਲਿਸ ਨੇ ਚਲਾਨ ਪੇਸ਼ ਕੀਤੇ ਸੀ ਪੰਜਾਬੀ ਵਿੱਚ, ਉਹੀ ਵਰਡ ਟੂ ਵਰਡ ਟ੍ਰਾਂਸਲੇਟ ਕਰਕੇ ਇੰਗਲਿਸ਼ ਵਿੱਚ ਇਹਨਾਂ ਨੇ NIA ਨੇ ਵਰਤੇ ਆ। ਉਹੀ ਗਲਤੀਆਂ ਵਿੱਚ ਸਭ ਕੁਛ ਉਹ ਆਉਣ ਡਿਆ। ਇਹ ਵੀ ਇਹਨਾਂ ਨੇ ਤਾਂ ਕੀਤਾ ਗਿਆ ਕਿਉਂਕਿ ਅਸੀਂ ਮਈ 2018 ਵਿੱਚ UN ਕੋ ਗਏ ਸੀ, ਉੱਥੇ ਸਾਡੀ ਪ੍ਰੋਟੈਸਟ ਸੀ। ਉਦੋਂ ਇਹਨਾਂ ਨੇ ਕੱਢਿਆ ਕਿ ਅਸੀਂ ਕਿਹਾ ਸੀ ਚਲਾਨ ਕੱਢ ਦਿੱਤਾ, ਉਲਟ ਪੈ ਗਿਆ ਇਹਨਾਂ ਦੇ। ਕਿਉਂਕਿ ਹੁਣ ਜਿੰਨੀਆਂ ਵੀ ਇਹਨਾਂ ਨੇ ਮਿਸਟੇਕਾਂ ਕੀਤੀਆਂ 2017 ਤੋਂ ਲੈ ਕੇ ਹੁਣ ਤੱਕ, ਉਹ ਸਾਰੀਆਂ ਨਿਕਲਣ ਡਈਆਂ ਵਾ। ਸੋ ਅਸੀਂ ਲੱਕੀ ਆ, ਪਰਿਵਾਰ ਲੱਕੀ ਆ, ਸੰਗਤ ਸਾਡੇ ਨਾਲ ਆ, ਮਹਾਰਾਜ ਕਿਰਪਾ ਕੀਤੀ ਆ, ਸਾਨੂੰ ਸਪੋਰਟ ਵੀ ਮਿਲ ਰਹੀ ਆ ਦੁਨੀਆ ਭਰ ਵੱਲੋਂ। ਅਸੀਂ ਚੈਲੰਜ ਵੀ ਕਰਦੇ ਆ, ਪ੍ਰੋਪਰਲੀ ਕਰਦੇ ਆ ਕਿ ਅਸੀਂ ਅਨਪੜ੍ਹ ਨਹੀਂ ਹੈਗੇ। ਸੋ ਉਸ ਕਰਕੇ ਅਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਦਿਖਾਉਣ ਡਏ ਆ ਕਿ ਕੀ ਗਲਤ ਕਰਦੇ ਆ ਕੀ ਨਹੀਂ। ਸੋ ਮਹਾਰਾਜ ਨੇ ਜੋ ਸੇਵਾ ਲਵਾਉਣੀ ਸੀ, ਜੱਗੀ ਤੇ ਟੌਰਚਰ ਹੋਣਾ ਸੀ, 4.5 ਸਾਲ ਜੇਲ੍ਹ ਵਿੱਚ ਹੋਣਾ ਸੀ, ਪਰ ਜੋ ਪਿਛਲੇ 4.5 ਸਾਲ ਵਿੱਚ ਅਸੀਂ ਦਿਖਾ ਦਿੱਤਾ ਕਿ ਸਿੱਖਾਂ ਦੇ ਨਾਲ ਕਿਹੜੀ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੇ ਆ, ਇਹ ਵੀ ਮਹਾਰਾਜ ਵੱਲੋਂ ਸੇਵਾ ਹੀ ਸੀ ਸਾਡੀ ਪਰਿਵਾਰ ਦੀ। ਸੋ ਅਸੀਂ ਉਹ ਵੀ ਹਾਈਲਾਈਟ ਕੀਤਾ ਵਾ ਫ੍ਰੀ ਜੱਗੀ ਨਾਊ ਕੈਂਪੇਨ ਵੱਲੋਂ। ਸੋ ਇਹੀ ਅੱਗੇ ਵੀ ਆਪਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਵਾ, ਇਹ ਕੀ ਹੋਣ ਡਿਆ ਕਿ ਅੱਗੇ ਨਾ ਹੋਵੇ। ਜੋਹਲ ਸਾਹਿਬ, ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਸਮਾਂ ਦਿੱਤਾ। ਵੀ ਵਿਲ ਡੈਫੀਨੇਟਲੀ ਰਿਕੁਐਸਟ ਯੂ ਵਾਂਸ ਅਗੇਨ ਕਿ ਤੁਸੀਂ ਦੁਬਾਰਾ, ਤੁਹਾਨੂੰ ਅਸੀਂ ਇੱਕ ਵਾਰੀ ਕੋਸ਼ਿਸ਼ ਕਰਾਂਗੇ, ਖੁੱਲ੍ਹਾ ਟਾਈਮ ਰੱਖ ਕੇ ਵੀ ਸੱਦਾਂਗੇ ਔਰ ਪੂਰੀ ਤੁਹਾਡੇ ਨਾਲ ਲੰਬੀ ਡਿਸਕਸ਼ਨ ਇਹਦੇ ਬਾਰੇ ਕਰਾਂਗੇ। ਔਰ ਮੈਂ ਐਡਵੋਕੇਟ ਮੰਝਪੁਰ ਸਾਹਿਬ ਨਾਲ ਵੀ ਕੋਸ਼ਿਸ਼ ਕਰਦਾ ਕਿ ਰਾਬਤਾ ਬਣਾਉਣ ਦੀ, ਤਾਂ ਕਿ ਇੰਡੀਆ ਤੋਂ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਹੋਰ ਕਲੀਅਰ ਮਿਲ ਸਕੇ ਔਰ ਕੋਈ ਨਾ ਕੋਈ ਜਿਹੜਾ ਸਟੇਟ ਦਾ ਨੁਮਾਇੰਦਾ ਉਹਨੂੰ ਵੀ ਲੈ ਕੇ ਆਈਏ ਤਾਂ ਕਿ ਜਾਣਕਾਰੀਆਂ ਹੋਰ ਲੈ ਸਕੀਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੌਹਲ ਜੀ।